ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ITI CBT ਐਗਜ਼ਾਮ ਟ੍ਰੇਡ ਇਲੈਕਟ੍ਰੀਸ਼ੀਅਨ ਦੇ ਟ੍ਰੇਡ ਥਿਊਰੀ MCQ ਦੇ ਬਾਰੇ ਵੀਡੀਓ ਹੈਗੀ ਹੈ। तो इस वीडियो ਦੇ ਵਿੱਚ ਅਸੀਂ CBT एग्ज़ाम ਦੇ ਵਿੱਚ ਆਉਣ ਵਾਲੇ मल्टीपल चॉइस क्वेश्चन ਦੇ ਬਾਰੇ ਜਾਣਾਂਗੇ। ਸੋ ਪਹਿਲਾ ਕੁਐਸਚਨ ਹੈਗਾ ਹੇਠ ਦਿੱਤਿਆਂ ਵਿੱਚੋਂ ਕਿਹੜਾ ਉਪਕਰਨ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਦਾ ਹੈ। ਜਿਹੜਾ ਕਿ ਸੋਲਰ ਪੈਨਲ ਅਸੀਂ ਯੂਜ਼ ਕਰਦੇ ਹਾਂ, ਜਿਹੜਾ ਸੂਰਜੀ ਊਰਜਾ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਦਾ, ਉਹ ਇਹਨਾਂ ਵਿੱਚੋਂ ਕੀ ਆ ਜਾਂਦਾ। ਆਪਸ਼ਨ A ਹੈਗਾ LDR, B ਹੈਗਾ LCD, C ਹੈਗਾ LED और D हैगा फोटोवोल्टिक सैल। तो इन्हां ऑप्शन दे विच फोटोवोल्टिक सैल हैगा जिहड़ा कि सूरज की रोशनी नूं बिजली ऊर्जा विच तब्दील करता है। तो ऑप्शन इस दी D सही है। सैकेंड क्वेश्चन है लीथियम सैल की आउटपुट वोल्टेज की है। ऑप्शन A हैगी 1.2 वोल्ट, B हैगी 1.5 वोल्ट, C है 1.8 वोल्ट और D है 2.5 वोल्ट। ਲੀਥੀਅਮ ਸੈੱਲ ਦੇ ਕੰਬੀਨੇਸ਼ਨ ਤੋਂ ਅਸੀਂ ਜਿਸ ਤਰ੍ਹਾਂ ਬੈਟਰੀ ਤਿਆਰ ਕਰਦੇ ਹਾਂ, ਤਾਂ ਜਿਹੜੀ ਲੀਥੀਅਮ ਬੈਟਰੀ ਆ ਉਹ ਪੋਰਟੇਬਲ ਡਿਵਾਈਸ ਜਾਂ ਛੋਟੇ ਖਿਡੌਣੇ ਵਹੀਕਲ ਵਗੈਰਾ ਦੇ ਵਿੱਚ ਵੀ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ। ਤਾਂ ਇਸ ਦੀ ਜਿਹੜੀ ਇੱਕ ਸੈੱਲ ਦੀ ਆਊਟਪੁੱਟ ਵੋਲਟੇਜ ਦੇ ਬਾਰੇ ਕਿਹਾ, ਤਾਂ ਜਿਹੜੀ D ਆਪਸ਼ਨ ਹੈ 2.5 ਵੋਲਟ ਇਸ ਦੀ ਆਊਟਪੁੱਟ ਵੋਲਟੇਜ ਹੈ। ਸੈਕਿੰਡ ਦੀ D ਆਪਸ਼ਨ ਸਹੀ ਹੈ। ਤੀਸਰਾ ਕੁਐਸਚਨ ਵੀ ਸੋਲਰ ਸੈੱਲ ਦੇ ਨਾਲ ਸੰਬੰਧਿਤ ਹੈ। ਸੂਰਜੀ ਸੈੱਲ ਵਿੱਚ ਤਾਪਮਾਨ ਦੇ ਸੰਬੰਧ ਵਿੱਚ ਆਊਟਪੁੱਟ ਪਾਵਰ 'ਤੇ ਕੀ ਅਸਰ ਹੁੰਦਾ ਹੈ ਕਿ ਅਗਰ ਟੈਂਪਰੇਚਰ ਵੱਧਦਾ ਹੈ, ਜਿਸ ਤਰ੍ਹਾਂ ਗਰਮੀ ਵੱਧਦੀ ਹੈ ਸੂਰਜੀ ਰੋਸ਼ਨੀ ਦੇ ਦੁਆਰਾ, ਤਾਂ ਉਸ ਦਾ ਪਾਵਰ ਉੱਪਰ ਕੀ ਅਸਰ ਪੈਂਦਾ। ਆਪਸ਼ਨ A ਹੈਗੀ ਆ ਤਾਪਮਾਨ ਵਿੱਚ ਤਬਦੀਲੀ 'ਤੇ ਕੋਈ ਅਸਰ ਨਹੀਂ, B ਹੈਗਾ ਤਾਪਮਾਨ ਵਿੱਚ ਵਾਧੇ ਨਾਲ ਘਟ ਜਾਂਦੀ ਹੈ, ਯਾਨੀ ਕਿ ਆਊਟਪੁੱਟ ਪਾਵਰ ਘਟ ਜਾਂਦੀ ਹੈ, C ਹੈਗਾ ਤਾਪਮਾਨ ਵਿੱਚ ਕਮੀ ਨਾਲ ਘਟਦੀ ਹੈ और D ਉਪਰੋਕਤ ਕੋਈ ਨਹੀਂ। ਤਾਂ ਜਿਹੜੀ ਸੋਲਰ ਸੈੱਲ ਹੈ ਜਾਂ ਇਸ ਦੀ ਆਊਟਪੁੱਟ ਪਾਵਰ ਹੈ ਉਹ ਟੈਂਪਰੇਚਰ ਦੇ ਉੱਪਰ ਡਿਪੈਂਡ ਕਰਦੀ ਹੈ। ਜੇ ਤਾਪਮਾਨ ਘਟਦਾ ਤਾਂ ਉਸ ਦੀ ਆਊਟਪੁੱਟ ਪਾਵਰ ਵੀ ਘਟ ਜਾਂਦੀ ਹੈ, ਜੇ ਵੱਧਦਾ ਹੈਗਾ ਤਾਂ ਆਊਟਪੁੱਟ ਪਾਵਰ ਵੱਧ ਜਾਂਦੀ ਹੈ। ਤਾਂ ਆਪਸ਼ਨ ਇਸ ਦੀ C ਸਹੀ ਹੈ ਤੀਸਰੇ ਦੀ। ਚੌਥਾ ਕੁਐਸਚਨ ਹੈ ਸਿਲਵਰ ਆਕਸਾਈਡ ਬੈਟਰੀ ਵਿੱਚ ਕੈਥੋਡ ਯਾਨੀ ਕਿ ਜਿਹੜਾ ਨੈਗੇਟਿਵ ਇਲੈਕਟ੍ਰੋਡ ਹੈ, ਨੈਗੇਟਿਵ ਟਰਮੀਨਲ ਹੈ, ਉਹ ਕਿਸ ਮਟੀਰੀਅਲ ਦਾ ਹੁੰਦਾ ਹੈ। ਆਪਸ਼ਨ A ਹੈਗਾ ਜ਼ਿੰਕ, B ਹੈਗਾ ਕਾਪਰ, C ਕਾਰਬਨ और D ਸਿਲਵਰ ਆਕਸਾਈਡ। ਤਾਂ ਜਿਹੜਾ ਸਿਲਵਰ ਆਕਸਾਈਡ ਬੈਟਰੀ ਦੇ ਵਿੱਚ ਨੈਗੇਟਿਵ ਇਲੈਕਟ੍ਰੋਡ ਹੈਗਾ ਉਹ ਜ਼ਿੰਕ ਮਟੀਰੀਅਲ ਦਾ ਬਣਿਆ ਹੁੰਦਾ। ਤਾਂ ਆਪਸ਼ਨ ਇਸ ਦੀ A ਸਹੀ ਹੈ ਚੌਥੇ ਦੀ। ਪੰਜਵਾਂ ਕੁਐਸਚਨ ਹੈ ਲੈਡ ਐਸਿਡ ਬੈਟਰੀ ਵਿੱਚ ਬਕਲਿੰਗ ਨੁਕਸ ਯਾਨੀ ਕਿ ਬਕਲਿੰਗ ਫਾਲਟ ਕਿਸ ਨੂੰ ਕਹਿੰਦੇ ਹਨ। ਆਪਸ਼ਨ A ਹੈਗਾ ਇਲੈਕਟ੍ਰੋਡ ਦਾ ਝੁਕਾਓ, B ਹੈਗਾ ਇਲੈਕਟ੍ਰੋਲਾਈਟ ਦੀ ਤਾਕਤ ਘਟਦੀ ਹੈ, C ਇਲੈਕਟ੍ਰੋਡਸ ਦਾ ਸ਼ਾਰਟ ਸਰਕਟ और D ਅੰਦਰੂਨੀ ਰਜਿਸਟੈਂਸ ਨੂੰ ਵਧਾਉਂਦਾ ਹੈ। ਤਾਂ ਜਿਹੜਾ ਬਕਲਿੰਗ ਫਾਲਟ ਹੈਗਾ ਲੈਡ ਐਸਿਡ ਬੈਟਰੀ ਦੇ ਵਿੱਚ ਜਿਹੜਾ ਲੈਡ ਹੈਗਾ, ਜਿਹੜੀਆਂ ਪਲੇਟ ਤਿਆਰ ਕੀਤੀਆਂ ਜਾਂਦੀਆਂ ਲੈਡ ਦੀਆਂ, ਤਾਂ ਇਹਨਾਂ ਦੀ ਮਕੈਨੀਕਲ ਪਾਵਰ ਜ਼ਿਆਦਾ ਨਹੀਂ ਹੁੰਦੀ। ਤਾਂ ਜਦੋਂ ਅਸੀਂ ਕਈ ਵਾਰ ਬੈਟਰੀ ਤੋਂ ਚਾਰਜਿੰਗ ਜਾਂ ਡਿਸਚਾਰਜਿੰਗ ਸਮੇਂ ਜ਼ਿਆਦਾ ਕਰੰਟ ਉਸ ਨੂੰ ਦਿੰਦੇ ਆ ਜਾਂ ਲੈਂਦੇ ਆ, ਤਾਂ ਉਸ ਵੇਲੇ ਜਿਹੜੇ ਲੈਡ ਦੀਆਂ ਪਲੇਟ ਨੇ ਉਹ ਉਹਨਾਂ ਕਰੰਟ ਨਹੀਂ ਸਾਰ ਸਕਦੀਆਂ। ਟੈਂਪਰੇਚਰ ਵੱਧ ਜਾਣ ਕਾਰਨ ਪਲੇਟਾਂ ਟੇਢੀਆਂ ਹੋ ਜਾਂਦੀਆਂ, ਉਹ ਉਹਨਾਂ ਵਿੱਚ ਬੈਂਟ ਹੋ ਜਾਂਦੀਆਂ, ਵਿੰਗੀਆਂ ਹੋ ਜਾਂਦੀਆਂ। ਤਾਂ ਇਸ ਫਾਲਟ ਨੂੰ ਬਕਲਿੰਗ ਨੁਕਸ ਜਾਂ ਬਕਲਿੰਗ ਫਾਲਟ ਕਿਹਾ ਜਾਂਦਾ। ਤਾਂ ਆਪਸ਼ਨ ਇਸ ਦੀ A ਸਹੀ ਹੈ। ਇਲੈਕਟ੍ਰੋਡ ਦਾ ਜਿਹੜਾ ਝੁਕਾਅ ਹੈਗਾ ਇਲੈਕਟ੍ਰੋਡਸ ਦਾ, ਉਸ ਨੂੰ ਅਸੀਂ ਬਕਲਿੰਗ ਫਾਲਟ ਕਹਿ ਦਿੰਦੇ ਹਾਂ। ਤਾਂ ਆਪਸ਼ਨ A ਪੰਜਵੇਂ ਦੀ ਸਹੀ ਹੈ। ਛੇਵਾਂ ਕੁਐਸਚਨ ਹੈ ਲੋਡ ਵਧਣ 'ਤੇ ਸੈੱਲ ਦੇ ਟਰਮੀਨਲ ਵੋਲਟੇਜ 'ਤੇ ਕੀ ਪ੍ਰਭਾਵ ਪਵੇਗਾ। ਤਾਂ ਆਪਸ਼ਨ A ਹੈਗੀ ਆ ਵਾਧਾ, B ਘਟਾਓ, C 0 ਔਰ D ਸਥਿਰ ਰਹਿੰਦੀ ਹੈ। ਤਾਂ ਜਿਹੜੇ ਸੈੱਲ ਹੈਗੇ ਆ ਇਹ ਇੱਕ ਲਿਮਟਿਡ ਸੋਰਸ ਹੈ ਜਿਹੜਾ ਇਲੈਕਟ੍ਰੀਕਲ એનર્ਜੀ ਦਾ। ਇਸ ਦੇ ਉੱਪਰ ਜੇ ਲੋਡ ਵਧਾਵਾਂਗੇ ਤਾਂ ਜਿਹੜੀ ਉਸ ਦੀ ਟਰਮੀਨਲ ਵੋਲਟੇਜ ਹੈ ਉਹ ਘਟ ਜਾਂਦੀ ਆ, ਘਟਦੀ ਹੈਗੀ ਆ। ਤਾਂ ਆਪਸ਼ਨ ਛੇਵੇਂ ਦੀ B ਸਹੀ ਹੈ। ਸੱਤਵਾਂ ਕੁਐਸਚਨ ਹੈਗਾ ਰਜਿਸਟਿਵਿਟੀ ਦੀ ਇਕਾਈ ਕੀ ਹੈ। ਤਾਂ ਰਜਿਸਟਿਵਿਟੀ ਦੀ ਜਿਹੜੀ ਇਕਾਈ ਹੈ ਉਹ ਓਹਮ ਮੀਟਰ ਹੈਗੀ ਆ। ਤਾਂ ਆਪਸ਼ਨ ਇਸ ਦੀ C ਸਹੀ ਹੈ ਸੱਤਵੇਂ ਦੀ। ਰਜਿਸਟਿਵਿਟੀ ਦੀ ਇਕਾਈ ਓਹਮ ਮੀਟਰ ਹੈ। ਅੱਠਵਾਂ ਕੁਐਸਚਨ ਹੈ ਪੀ ਟਾਈਪ ਸੈਮੀਕੰਡਕਟਰ ਬਣਾਉਣ ਦੇ ਲਈ ਕਿਸ ਮਟੀਰੀਅਲ ਦੁਆਰਾ ਡੋਪਿੰਗ ਕੀਤੀ ਜਾਂਦੀ ਹੈ। ਤਾਂ ਆਪਸ਼ਨ ਦਿੱਤੀਆਂ ਗਈਆਂ ਨੇ ਬੋਰਨ, B ਹੈਗਾ ਆਰਸੈਨਿਕ, C ਐਂਟੀਮਨੀ ਔਰ D ਹੈਗਾ ਫਾਸਫੋਰਸ। ਤਾਂ ਜਿਹੜਾ ਸੈਮੀਕੰਡਕਟਰ ਮਟੀਰੀਅਲ ਹੈ ਉਹ ਇੱਕ ਉਦਾਸੀਨ ਮਟੀਰੀਅਲ ਹੁੰਦਾ, ਨਾ ਉਹ
ਪੋਜ਼ਿਟਿਵ ਔਰ ਨਾ ਹੀ ਉਹ ਨੈਗੇਟਿਵ ਮਟੀਰੀਅਲ ਹੁੰਦਾ, ਔਰ ਉਸ ਨੂੰ ਪੀ ਟਾਈਪ ਜਾਂ ਐਨ ਟਾਈਪ ਬਣਾਉਣ ਦੇ ਲਈ ਡੋਪਿੰਗ ਕੀਤੀ ਜਾਂਦੀ ਹੈ। ਉਸ ਦੇ ਵਿੱਚ ਕੁਝ ਹੋਰ ਮਟੀਰੀਅਲ ਐਡ ਕੀਤਾ ਜਾਂਦਾ, ਉਸ ਪ੍ਰੋਸੈਸ ਨੂੰ ਡੋਪਿੰਗ ਕਹਿੰਦੇ ਆ। ਤਾਂ ਪੀ ਟਾਈਪ ਨੂੰ ਜਦੋਂ ਅਸੀਂ ਮਟੀਰੀਅਲ ਸੈਮੀ ਕੰਡਕਟਰ ਤਿਆਰ ਕਰ ਰਹੇ ਹਾਂ ਪੀ ਟਾਈਪ ਦਾ, ਤਾਂ ਉਸ ਸਮੇਂ ਜਿਹੜਾ ਬੋਰਨ ਹੈਗਾ ਇਸ ਮਟੀਰੀਅਲ ਨੂੰ ਐਡ ਕੀਤਾ ਜਾਂਦਾ ਜਿਸ ਦਾ ਐਟੋਮਿਕ ਨੰਬਰ 5 ਹੈਗਾ। ਤਾਂ ਇਸ ਦੀ ਆਪਸ਼ਨ ਏ ਸਹੀ ਹੈ। ਨਵਾਂ ਕੁਐਸਚਨ ਹੈ, CRO ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਸ ਮਾਤਰਾ ਨੂੰ ਮਾਪਿਆ ਜਾਂਦਾ ਹੈ? ਆਪਸ਼ਨ ਏ ਹੈ ਫ੍ਰੀਕੁਐਂਸੀ, ਬੀ ਇੰਡਕਟੈਂਸ, ਸੀ ਹੈਗਾ ਰਜਿਸਟੈਂਸ ਔਰ ਡੀ ਹੈਗਾ ਪਾਵਰ ਫੈਕਟਰ। ਤਾਂ ਜਿਹੜਾ CRO ਹੈ ਕੈਥੋਡ ਰੇ ਓਸੀਲੋਸਕੋਪ ਹੈ, ਇਸ ਦੇ ਦੁਆਰਾ ਇਹਨਾਂ ਦੇ ਵਿੱਚੋਂ ਜਿਹੜੀ ਆਪਸ਼ਨ ਏ ਹੈਗੀ ਆ ਉਹ ਫ੍ਰੀਕੁਐਂਸੀ ਮੇਜ਼ਰ ਕੀਤੀ ਜਾਂਦੀ ਹੈ ਇਸ ਇੰਸਟਰੂਮੈਂਟ ਦੇ ਦੁਆਰਾ। ਆਪਸ਼ਨ ਏ 9ਵੇਂ ਦੀ ਸਹੀ ਹੈ। 10ਵਾਂ ਕੁਐਸਚਨ ਹੈ, SCR ਮੀਨਸ ਸਿਲੀਕॉन ਕੰਟਰੋਲਡ ਰੈਕਟੀਫਾਇਰ ਦਾ ਮੁੱਖ ਕੰਮ ਕੀ ਹੈ? ਆਪਸ਼ਨ ਏ ਹੈ ਐਂਪਲੀਫਾਇਰ, ਬੀ ਹੈਗਾ ਓਸੀਲੇਟਰਸ, ਸੀ ਮਲਟੀ ਵਾਈਬ੍ਰੇਟਰ ਔਰ ਡੀ ਹੈਗਾ ਸਪੀਡ ਕੰਟਰੋਲ ਆਫ ਮੋਟਰਸ। ਤਾਂ ਜਿਹੜਾ SCR ਹੈਗਾ ਉਹ ਸਪੀਡ ਕੰਟਰੋਲ ਕਰਨ ਦੇ ਲਈ ਮੋਟਰਾਂ ਦੇ ਲਈ ਕੀਤਾ ਜਾਂਦਾ। ਜਿਹੜੀਆਂ ਇਹ ਵਾਲੀਆਂ ਆਪਸ਼ਨ ਨੇ ਇਹਨਾਂ ਦੇ ਵਿੱਚੋਂ ਤਾਂ ਇਸ ਦੀ ਜਿਹੜੀ ਆਪਸ਼ਨ 10ਵੇਂ ਦੀ ਡੀ ਸਹੀ ਹੈਗੀ ਹੈ। 11ਵਾਂ ਕੁਐਸਚਨ ਹੈ, ਲੰਮੇ ਸਮੇਂ ਘੱਟ ਕਰੰਟ ਤੇ ਬੈਟਰੀ ਚਾਰਜ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ? ਕਈ ਵਾਰ ਅਸੀਂ ਬੈਟਰੀ ਦਾ ਯੂਜ਼ ਨਹੀਂ ਕਰਦੇ ਤਾਂ ਉਸ ਸਮੇਂ ਬੈਟਰੀ ਦਾ ਜਿਹੜਾ ਇਲੈਕਟ੍ਰੋਲਾਈਟ ਹੈ ਜਾਂ ਉਸਦੇ ਐਕਟਿਵ ਮਟੀਰੀਅਲ ਨੇ ਉਹ ਡੈੱਡ ਹੋ ਜਾਂਦੇ ਆ, ਜਿਸ ਨੂੰ ਅਸੀਂ ਕਈ ਵਾਰ ਬੈਟਰੀ ਸੌਂ ਜਾਣਾ ਕਹਿ ਦਿੰਦੇ ਆ। ਬੈਟਰੀ ਕੰਮ ਨਹੀਂ ਕਰਦੀ, ਉਸ ਤੋਂ ਬਾਅਦ ਚੋਂ ਡਿਸਚਾਰਜ ਹੋਣ ਤੋਂ ਬਾਅਦ ਚਾਰਜ ਨਹੀਂ ਹੋ ਪਾਉਂਦੀ। ਤਾਂ ਇਸ ਲਈ ਉਸ ਨੂੰ ਡਿਸਚਾਰਜ ਹੋਣ ਤੋਂ ਬਚਾਉਣ ਲਈ ਅਸੀਂ ਲੰਮੇ ਸਮੇਂ ਜੇ ਰੱਖ ਰਹੇ ਹਾਂ ਤਾਂ ਥੋੜ੍ਹਾ ਕਰੰਟ ਨੂੰ ਲਗਾਤਾਰ ਦਿੰਦੇ ਰਹਿੰਦੇ ਹਾਂ ਤਾਂ ਕਿ ਬੈਟਰੀ ਦੀ ਚਾਰਜਿੰਗ ਪੂਰੀ ਰਹੇ। ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਆ? ਆਪਸ਼ਨ ਏ ਹੈਗਾ ਰੈਕਟੀਫਾਇਰ ਵਿਧੀ, ਬੀ ਹੈਗਾ ਸਥਿਰ ਕਰੰਟ ਵਿਧੀ, ਸੀ ਹੈਗਾ ਸਥਿਰ ਵੋਲਟੇਜ ਵਿਧੀ ਔਰ ਡੀ ਹੈਗਾ ਟ੍ਰਿਕਲ ਚਾਰਜਿੰਗ ਵਿਧੀ। ਤਾਂ ਇਹਨਾਂ ਦੇ ਵਿੱਚੋਂ ਆਪਸ਼ਨ ਡੀ ਹੈਗੀ ਆ ਟ੍ਰਿਕਲ ਚਾਰਜਿੰਗ ਵਿਧੀ। ਇਹਦੇ ਵਿੱਚ ਬਹੁਤ ਘੱਟ ਰੇਟਿੰਗ ਦਾ ਕਰੰਟ ਉਹਨੂੰ ਲਗਾਤਾਰ ਦਿੰਦੇ ਰਹਿੰਦੇ ਆ ਤਾਂ ਕਿ ਬੈਟਰੀ ਜਿਹੜੀ ਹੈਗੀ ਆ ਉਹ ਜਿਹੜੀ ਹਲਕੀ ਡਿਸਚਾਰਜ ਹੋ ਰਹੀ ਹੈ ਉਹ ਨਾਲ ਦੀ ਨਾਲ ਉਸਦੀ ਪੂਰਤੀ ਹੁੰਦੀ ਰਹੇ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ, ਟ੍ਰਿਕਲ ਚਾਰਜਿੰਗ ਵਿਧੀ। 12ਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਯੂਨੀਵਰਸਲ ਮੋਟਰ ਕਿੱਥੇ ਵਰਤੀ ਜਾਂਦੀ ਹੈ? ਅਲੱਗ-ਅਲੱਗ ਆਪਸ਼ਨ ਦਿੱਤੀਆਂ ਨੇ। ਏ ਹੈਗਾ ਜੈਟ ਪੰਪ, ਬੀ ਹੈਗਾ ਜੂਸਰ ਮਿਕਸਰ ਗ੍ਰਾਈਂਡਰ ਜਿਸ ਨੂੰ ਅਸੀਂ JMG ਕਹਿ ਦਿੰਦੇ ਹਾਂ, ਸੀ ਹੈਗਾ ਟੈਲੀ ਪ੍ਰਿੰਟਰ ਔਰ ਡੀ ਕੰਪਰੈਸ਼ਰ। ਤਾਂ ਜਿਹੜੀ ਯੂਨੀਵਰਸਲ ਮੋਟਰ ਹੈ ਬੇਸਿਕਲੀ ਕੀ ਹੈ, ਜਿਹੜੀ AC ਔਰ DC ਦੋਨੋਂ ਸਪਲਾਈ 'ਤੇ ਚੱਲਦੀ ਆ ਉਸ ਮੋਟਰ ਨੂੰ ਅਸੀਂ ਯੂਨੀਵਰਸਲ ਮੋਟਰ ਕਹਿ ਦਿੰਦੇ ਹਾਂ। ਤਾਂ ਇਸ ਦੀ ਆਪਸ਼ਨ ਬੀ ਸਹੀ ਹੈ, ਜੂਸਰ ਮਿਕਸਰ ਗ੍ਰਾਈਂਡਰ। ਯੂਨੀਵਰਸਲ ਮੋਟਰ ਇਸ ਤੋਂ ਇਲਾਵਾ ਜਿਹੜੀ ਡਰਿਲ ਮਸ਼ੀਨ, ਸਿਲਾਈ ਦੀ ਮਸ਼ੀਨ ਦੇ ਨਾਲ ਜਿਹੜੀ ਮੋਟਰ ਲੱਗਦੀ ਹੈ ਉਹਨਾਂ ਦੇ ਵਿੱਚ ਵੀ ਯੂਨੀਵਰਸਲ ਮੋਟਰ ਵਰਤੀ ਜਾਂਦੀ ਹੈ। ਤਾਂ ਇੱਥੇ ਜਿਹੜੀਆਂ ਆਪਸ਼ਨ ਦਿੱਤੀਆਂ ਨੇ ਚਾਰੇ ਉਹਨਾਂ ਦੇ ਵਿੱਚੋਂ ਬੀ ਸਹੀ ਹੈ, ਜੂਸਰ ਮਿਕਸਰ ਗ੍ਰਾਈਂਡਰ। 13ਵਾਂ ਕੁਐਸਚਨ ਹੈ, ਸਿੰਕਰੋਸਕੋਪ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਆਪਸ਼ਨ ਏ ਹੈਗਾ ਆਊਟਪੁੱਟ ਵੋਲਟੇਜ ਸੈੱਟ ਕਰਨ ਲਈ, ਬੀ ਹੈਗਾ ਫੇਸ ਸੀਕੁਐਂਸ ਸੈੱਟ ਕਰਨ ਲਈ, ਸੀ ਸਪਲਾਈ ਫ੍ਰੀਕੁਐਂਸੀ ਸੈੱਟ ਕਰਨ ਲਈ ਔਰ ਡੀ ਹੈਗਾ ਪੈਰਲਲ ਆਪਰੇਸ਼ਨ ਦਾ ਸਹੀ ਸਮੇਂ ਨੂੰ ਦਰਸਾਉਣ ਲਈ। ਤਾਂ ਜਿਸ ਸਮੇਂ ਅਸੀਂ ਪੈਰਲਲ ਆਪਰੇਸ਼ਨ ਕਰਨਾ ਹੁੰਦਾ ਆਲਟਰਨੇਟਰ ਦਾ, ਉਸ ਸਮੇਂ ਜਿਹੜੀਆਂ ਸਹੀ ਕੰਡੀਸ਼ਨ ਦੱਸਣਾ ਹੁੰਦਾ ਇਸ ਮੌਕੇ ਜਦੋਂ ਸਾਰੀਆਂ ਸ਼ਰਤਾਂ ਉਹ ਪੂਰੀਆਂ ਕਰ ਰਿਹਾ ਹੁੰਦਾ, ਜਿਹੜਾ ਦੋਨੋਂ ਆਲਟਰਨੇਟਰ ਜਾਂ ਦੋ ਤੋਂ ਜ਼ਿਆਦਾ ਆਲਟਰਨੇਟਰ ਨੂੰ ਆਪਸ ਵਿੱਚ ਜੋੜਨ ਨੂੰ ਅਸੀਂ ਪੈਰਲਲ ਆਪਰੇਸ਼ਨ ਕਹਿ ਦਿੰਦੇ ਹਾਂ। ਤਾਂ ਉਹ ਇੱਕ ਜਿਹੜੀ ਮਸ਼ੀਨ ਹੈਗੀ ਆ, ਇੱਕ ਯੰਤਰ ਹੈ, ਉਸ ਨੂੰ ਅਸੀਂ ਸਿੰਕਰੋਸਕੋਪ ਕਹਿੰਦੇ ਹਾਂ, ਜਿਹੜਾ ਉਸ ਸਮੇਂ ਸਹੀ ਕੰਡੀਸ਼ਨ ਦੱਸਦਾ ਸਵਿਚ ਔਨ ਕਰਨ ਲਈ ਪੈਰਲਲ ਆਪਰੇਸ਼ਨ ਦਾ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ, 13ਵੇਂ ਦੀ। 14ਵਾਂ ਕੁਐਸਚਨ ਹੈ, DC ਜਨਰੇਟਰ ਵਿੱਚ ਆਰਮੇਚਰ ਦੀ ਰਜਿਸਟੈਂਸ ਬਹੁਤ ਘੱਟ ਕਿਉਂ ਹੁੰਦੀ ਹੈ? ਤਾਂ DC ਜਨਰੇਟਰ ਹੈ ਉਹ ਚਾਹੇ ਸ਼ੰਟ ਹੋਵੇ, ਸੀਰੀਜ਼ ਜਾਂ ਕੰਪਾਊਂਡ ਹੋਵੇ, ਹਰ ਇੱਕ ਦੇ ਵਿੱਚ ਜਿਹੜਾ ਰੋਟੇਟਿੰਗ ਪਾਰਟ ਹੈ ਉਹ ਆਰਮੇਚਰ ਹੈਗਾ ਔਰ ਆਰਮੇਚਰ ਦੀ ਰਜਿਸਟੈਂਸ ਸਾਰੇ ਹੀ ਜਨਰੇਟਰਾਂ ਦੇ ਵਿੱਚ ਬਹੁਤ ਘੱਟ ਹੁੰਦੀ ਹੈ। ਤੇ ਕਾਰਨ ਪੁੱਛਿਆ ਕਿਉਂ ਘੱਟ ਹੁੰਦੀ ਹੈ? ਆਪਸ਼ਨ ਏ ਹੈਗਾ ਆਰਮੇਚਰ ਕਰੰਟ ਘੱਟ ਕਰਨ ਲਈ, ਬੀ ਹੈਗਾ ਆਰਮੇਚਰ ਵੋਲਟੇਜ ਡ੍ਰੌਪ ਘੱਟ ਕਰਨ ਲਈ, ਸੀ ਹੈਗਾ ਆਰਮੇਚਰ ਘੱਟ ਵਜਨ 'ਤੇ ਚੱਲੇ ਔਰ ਡੀ ਹੈਗਾ ਆਰਮੇਚਰ ਦਾ ਤਾਪਮਾਨ ਘੱਟ ਕਰਨ ਲਈ। ਤਾਂ ਜਿਹੜਾ ਆਰਮੇਚਰ ਹੈ DC ਜਨਰੇਟਰ, ਜਿਵੇਂ ਮੈਂ ਪਹਿਲਾਂ ਦੱਸਿਆ, ਚਾਹੇ DC ਸ਼ੰਟ ਹੈ, ਸੀਰੀਜ਼ ਹੈ, ਕੰਪਾਊਂਡ ਹੈ ਜਾਂ ਕੰਪਾਊਂਡ ਦੀਆਂ ਵੀ ਅੱਗੇ 4 ਕਿਸਮਾਂ ਹੈਗੀਆਂ। ਤਾਂ ਉਹਨਾਂ ਦੇ ਵਿੱਚ ਜਿੰਨੇ ਵੀ ਆਰਮੇਚਰ ਜਿਨ੍ਹਾਂ ਦੇ ਵਿੱਚ ਵਰਤੇ ਜਾਂਦੇ ਆ ਤਾਂ ਉਹਨਾਂ ਦੀ ਰਜਿਸਟੈਂਸ ਘੱਟ ਇਸ ਕਰਕੇ ਰੱਖੀ ਜਾਂਦੀ ਹੈ ਤਾਂ ਕਿ ਜਿਹੜੀ ਆਊਟਪੁੱਟ ਵੋਲਟੇਜ ਹੈ ਉਸ ਸਮੇਂ ਕੀ ਹੈ, ਵੋਲਟੇਜ ਡ੍ਰੌਪ ਘੱਟ ਹੋਣ ਆਰਮੇਚਰ ਦੇ ਵਿੱਚ। ਤਾਂ ਆਪਸ਼ਨ ਇਸ ਦੀ ਬੀ ਸਹੀ ਆ, ਆਰਮੇਚਰ ਵੋਲਟੇਜ ਡ੍ਰੌਪ ਘੱਟ ਕਰਨ ਲਈ ਜਿਹੜੀ ਆਰਮੇਚਰ ਦੀ ਰਜਿਸਟੈਂਸ
ਬਹੁਤ ਘੱਟ ਰੱਖੀ ਜਾਂਦੀ ਹੈ। 15ਵਾਂ ਕੁਐਸਚਨ ਆ, ਵੱਡੇ DC ਜਨਰੇਟਰਾਂ ਵਿੱਚ ਕੰਪਨਸੇਟਿੰਗ ਵਾਈਂਡਿੰਗ ਕਿਉਂ ਕੀਤੀ ਜਾਂਦੀ ਹੈ? ਆਪਸ਼ਨ A ਹੈਗਾ ਜ਼ਿਆਦਾ ਲੋਡ ਜੋੜਨ ਲਈ, B ਕਮੂਟੇਸ਼ਨ ਘੱਟ ਕਰਨ ਲਈ, ਔਰ C ਆਰਮੇਚਰ ਰਿਐਕਸ਼ਨ ਘੱਟ ਕਰਨ ਲਈ, D ਹੈਗਾ ਜਨਰੇਟਰ ਦੀ ਨਿਪੁੰਨਤਾ ਯਾਨੀ ਕਿ ਐਫੀਸ਼ੀਐਂਸੀ ਵਧਾਉਣ ਲਈ। ਤਾਂ ਜਦੋਂ ਆਰਮੇਚਰ ਰਿਐਕਸ਼ਨ ਦੇ ਕਾਰਨ ਉਸ ਦੇ ਪੋਲਾਂ ਦੇ ਉੱਪਰ ਮੇਨ ਫੀਲਡ ਵਿਗੜ ਜਾਂਦਾ, ਉਸ ਦੇ ਵਿੱਚ ਪੋਲ ਇੱਕ ਸਾਈਡ ਤੇ ਜਿਹੜਾ ਮੈਗਨੈਟਿਕ ਫੀਲਡ ਵੱਧ ਜਾਂਦਾ ਔਰ ਦੂਸਰੀ ਸਾਈਡ ਜਿਹੜੀ ਆ ਉਹ ਘਟ ਜਾਂਦਾ, ਤਾਂ ਉਸ ਦੀ ਪੂਰਤੀ ਦੇ ਲਈ ਉਸ ਮੈਗਨੈਟਿਕ ਫੀਲਡ ਨੂੰ ਇਕਸਾਰ ਬਣਾਉਣ ਦੇ ਲਈ ਕੰਪਨਸੇਟਿੰਗ ਵਾਈਂਡਿੰਗ ਕੀਤੀ ਜਾਂਦੀ ਆ। ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ ਹੈ C ਹੈਗੀ ਆ, ਆਰਮੇਚਰ ਰਿਐਕਸ਼ਨ ਘੱਟ ਕਰਨ ਦੇ ਲਈ ਕੰਪਨਸੇਟਿੰਗ ਵਾਈਂਡਿੰਗ ਕੀਤੀ ਜਾਂਦੀ ਹੈ। ਤਾਂ ਆਪਸ਼ਨ 15ਵੇਂ ਦੀ C ਸਹੀ ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ, ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮੱਚ।